ਮੇਰੇ ਧਿਆਨ 'ਚ ਹੁਣ ਕੁਛ ਇੰਪਲਾਈ ਨੇ 2 ਦਿਨਾਂ ਤੋਂ ਲਿਆਂਦਾ ਵੀ ਇਦਾਂ ਦੀ ਇੱਕ ਲੈਟਰ ਆਈ ਸੀ ਵੀ ਜਿਹੜੀ ਦਫ਼ਤਰ ਵਾਲਿਆਂ ਨੇ ਆਪਣੇ ਕੋਲ ਹੀ ਰੱਖੀ ਲੁਕਾ ਗਈ, ਕਿਸੇ ਨੂੰ ਇਹਨੂੰ ਪਬਲਿਸਿਟੀ ਨਹੀਂ ਕੀਤੀ ਇਹਦੀ ਵੀ ਤਾਂ ਕਿ ਇਹਦਾ ਕੋਈ ਫਾਇਦਾ ਨਾ ਲੈ ਸਕੇ। ਜੇ ਸਰਕਾਰ ਨੇ ਸਕੀਮ ਦਿੱਤੀ ਆ ਤੇ ਉਹਨੂੰ ਵੱਧ ਤੋਂ ਵੱਧ ਇੰਪਲਾਈ ਨੂੰ ਦੱਸਣਾ ਚਾਹੀਦਾ। ਸਾਡਾ ਜਿਹੜਾ ਅੰਮ੍ਰਿਤਸਰ ਦਾ ਹਸਪੀਟਲ ਸੀਗੇ, ਭਾਵੇਂ ਉਹ ਸਿਵਲ ਹਸਪੀਟਲ ਅਜਨਾਲਾ ਸੀ, ਬਾਬਾ ਬਕਾਲਾ ਜਾਂ ਡਿਸਟ੍ਰਿਕਟ ਆਫਿਸ, ਇਹ ਸਾਰੇ ਐਜ਼ ਪਰ ਪਾਲਿਸੀ ਆਫ ਦਾ ਗਵਰਨਮੈਂਟ ਦੇਵਰ ਨਾਨ ਕੋਵਿਡ ਹਸਪੀਟਲ। ਇਸ ਕਰਕੇ ਇਹਨਾਂ ਹਸਪੀਟਲਾਂ 'ਚ ਐਜ਼ ਪਰ ਡਾਟਾ ਕੋਈ ਵੀ ਕਰੋਨਾ ਦਾ ਮਰੀਜ਼ ਜਿਹੜਾ ਹੈਗਾ ਸਾਡੇ ਕੋਲ ਦਾਖਲ ਨਹੀਂ ਹੋਇਆ। ਬਿਲਕੁਲ ਆਰਟੀਆਈ ਪਾਣੀ ਪਈ ਜੀ, ਤੇ ਜਿਹੜਾ ਵਿੱਚ ਦੋਸ਼ੀ ਹੋਊ ਉਹਦੀ ਮੈਂ ਸ਼ਿਕਾਇਤ ਵੀ ਕਰੂੰਗਾ ਸਰਕਾਰ ਨੂੰ ਵੀ ਇਹਨਾਂ ਨੇ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈ ਲਾਗੂ ਨਹੀਂ ਹੋਣ ਦਿੱਤਾ, ਉਹ 'ਚ ਅਣਗਹਿਲੀ ਵਰਤੀ ਆ, ਇਹਨਾਂ ਵਿਰੁੱਧ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਰਕਾਰ ਦੀ ਲੈਟਰ ਸਾਨੂੰ ਪ੍ਰਾਪਤ ਹੋਈ ਆ ਤੇ ਉਹ ਅਸੀਂ ਆਲਰੇਡੀ ਸਾਰੇ ਐਸਐਮਓਜ਼ ਨੂੰ, ਸਾਰੇ ਪ੍ਰਾਈਵੇਟ ਸੈਕਟਰ ਨੂੰ ਸਰਕੂਲੇਟ ਕੀਤੀ ਹੋਈ ਆ ਕਿ ਜੇ ਸਾਡੇ ਕੋਲ ਕੋਈ ਪੇਸ਼ੈਂਟ ਐਮਰਜੈਂਸੀ 'ਚ ਵੀ ਆਉਂਦਾ ਤੇ ਐਜ਼ ਕਰੋਨਾ ਪੋਜ਼ਿਟਿਵ ਉਹ ਰੈਫਰ ਹੁੰਦਾ ਤੇ ਉਹਦਾ ਇਲਾਜ ਜਿਹੜਾ ਹੈਗਾ ਫ੍ਰੀ ਕੀਤਾ ਜਾਊ। ਇਹ ਫਾਇਦਾ ਲੈ ਨਹੀਂ ਸਕਿਆ ਕੋਈ, ਮੇਰੇ ਹਿਸਾਬ ਨਾਲ ਕਿਸੇ ਨੇ ਲਿਆ ਹੀ ਨਹੀਂ ਹੋਣਾ। ਕੋਈ 1-2% ਜਿਹੜੇ ਲਾਗੇ ਇਹਨਾਂ ਦੇ ਝੇਤੇ ਹੋਣੇ ਆ, ਜਿਨ੍ਹਾਂ ਨੂੰ ਪਤਾ ਹੋਣਾ ਉਹਨਾਂ ਨੇ ਲਿਆ होना, बाकी ਕਿਸੇ ਨੂੰ नहीं होया। D4 न्यूज़ देख रहे तमाम दोस्तों को दीपक भंडारी का नमस्कार। आज हम आपको सरकार की एक ऐसी स्कीम से वाकिफ़ कराने के लिए जा रहे हैं जो सरकार ने कोरोना के दौरान लोगों के लिए दी थी, लेकिन यहाँ पर कुछ अधिकारियों ने इस पत्र को दबा कर रख लिया और ये स्कीम का फ़ायदा आप तक नहीं पहुँचेगा। आप सुनकर हैरान होंगे। ऐसी स्कीम थी, यदि आपको कोरोना होता है, आपको या किसी आपके परिवार के सदस्यों को, और उसे किसी सरकारी हॉस्पिटल में भर्ती करवाया जाता है और वहाँ उसकी हालत गंभीर हो जाती है और आप चाहते हैं कि, और डॉक्टर से आग्रह किया जाता है कि मरीज को प्राइवेट अस्पताल में शिफ्ट कर दिया जाए, और यदि सरकारी हॉस्पिटल से मरीज को प्राइवेट अस्पताल में रेफ़र कर दिया जाता है तो उसका सारा का सारा खर्चा सरकार अदा करेगी, यानी कि उसका पैसा आपको नहीं चुकाना है। लेकिन ये खबर आज 5 महीने हो गए ये पत्र को जारी हुए, लेकिन ये खबर किसी तक पहुंची नहीं है। यहाँ तक कि हम भी इससे अभी तक अज्ञान थे। हम आज पहुंचे हैं सिविल हॉस्पिटल, जहां पर हम बात करेंगे एम्प्लॉइज़ वेलफेयर एसोसिएशन के साथ कि क्या इस पत्र के बारे में उन्हें पता था। हमारे साथ हैं एम्प्लॉइज़ वेलफेयर एसोसिएशन के चेयरमैन राकेश शर्मा। शर्मा जी, एक नमस्कार जी। नमस्कार जी। शर्मा जी, एक चिट्ठी आंदी है पंजाब सरकार वालों जिहदे ते ये लिखिया जांदा भी जे कोई बंदे नूं कोरोना हो जाता है, सरकारी हॉस्पिटल 'ਚ जो एडमिट ਹੁੰਦਾ ਤੇ ਉੱਥੋਂ ਜੇ ਉਹਨੂੰ ਰੈਫਰ ਕਰਨਾ ਪੈਂਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ, ਉਹਦਾ ਪੈਸਾ ਜਿਹੜਾ ਉਹ ਸਾਰਾ ਸਰਕਾਰ ਖਰਚ ਕਰੇਗੀ। ਕੀ ਤੁਹਾਡੇ ਧਿਆਨ 'ਚ ਇਸ ਤਰ੍ਹਾਂ ਦੀ ਕੋਈ ਚਿੱਠੀ ਹੈਗੀ ਹੈ? ਬਿਲਕੁਲ ਨਹੀਂ ਹੈਗੀ ਜੀ। ਮੇਰੇ ਧਿਆਨ 'ਚ ਹੁਣ ਕੁਛ ਇੰਪਲਾਈ ਨੇ 2 ਦਿਨਾਂ ਤੋਂ ਲਿਆਂਦਾ ਵੀ ਇਦਾਂ ਦੀ ਇੱਕ ਲੈਟਰ ਆਈ ਸੀ ਵੀ ਜਿਹੜੀ ਦਫ਼ਤਰ ਵਾਲਿਆਂ ਨੇ ਆਪਣੇ ਕੋਲ ਹੀ ਰੱਖੀ ਲੁਕਾ ਗਈ, ਕਿਸੇ ਨੂੰ ਇਹਨੂੰ ਪਬਲਿਸਿਟੀ ਨਹੀਂ ਕੀਤੀ ਇਹਦੀ ਵੀ ਤਾਂ ਕਿ ਇਹਦਾ ਕੋਈ ਫਾਇਦਾ ਨਾ ਲੈ ਸਕੇ। ਜੇ ਸਰਕਾਰ ਨੇ ਸਕੀਮ ਦਿੱਤੀ ਆ ਤੇ ਉਹਨੂੰ ਵੱਧ ਤੋਂ ਵੱਧ ਇੰਪਲਾਈ ਨੂੰ ਦੱਸਣਾ ਚਾਹੀਦਾ ਤਾਂ ਕਿ ਉਹਦਾ ਫਾਇਦਾ। ਮੈਂ ਖੁਦ ਕਰੋਨਾ ਹੋਇਆ ਸੀ, ਮੈਨੂੰ, ਮੇਰੀ ਵਾਈਫ ਨੂੰ ਹੋਇਆ ਸੀ, ਮੇਰੇ ਬੇਟੇ ਨੂੰ ਹੋਇਆ ਸੀ, ਮੇਰੇ ਬ੍ਰਦਰ ਨੂੰ ਹੋਇਆ ਸੀ, ਤੇ ਅਸੀਂ ਵੀ ਇੱਥੋਂ ਰੈਫਰ ਹੋ ਗਏ ਤੇ ਆਪਣਾ ਪੋਤੀ ਨੂੰ ਵੀ ਹੋ ਗਿਆ ਸੀਗਾ, ਪੋਤਰੀ ਨੂੰ ਵੀ ਹੋਇਆ ਸੀ, ਮਤਲਬ ਸਾਰੇ ਪਰਿਵਾਰ ਨੂੰ ਹੋਇਆ ਸੀ। ਇਹਦਾ ਫਾਇਦਾ ਨਹੀਂ ਲੈ ਸਕੇ। ਜੇ ਸਾਨੂੰ ਪਤਾ ਹੁੰਦਾ ਸੀ ਇਹਦਾ ਫਾਇਦਾ ਲੈਂਦੇ ਸਕੀਮ ਦਾ, ਅਸੀਂ ਇਹਦਾ ਫਾਇਦਾ ਕੋਈ ਨਹੀਂ ਲੈ ਸਕੇ। ਹੁਣ ਮੈਂ ਇਸ ਸੰਬੰਧ 'ਚ ਆਰਟੀਆਈ ਪਾਈ ਆ ਵੀ ਇਹ ਲੈਟਰ ਕਦੋਂ ਆਈ ਤੇ ਕਿਉਂ ਨਹੀਂ ਦੱਸੀ ਗਈ ਤੇ ਕਿੰਨਿਆਂ ਬੰਦਿਆਂ ਨੇ ਇਹਦਾ ਫਾਇਦਾ ਲਿਆ ਤੇ ਹੁਣ ਤੱਕ ਕਿੰਨਾ ਫੰਡ ਨੂੰ ਇਹ 'ਚ ਖਰਚ ਕੀਤਾ ਗਿਆ। ਤੁਹਾਨੂੰ ਲੱਗਦਾ ਵੀ ਸਿਵਲ ਸਰਜਨ ਸਾਹਿਬ, ਸਾਡੀ ਜਾਣਕਾਰੀ ਦੇ ਮੁਤਾਬਿਕ ਸਿਵਲ ਸਰਜਨ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਉਹਨਾਂ ਵੱਲੋਂ ਇਹ ਰੈਫਰ ਕਰਤੀ ਗਈ ਸੀ ਚਿੱਠੀ 8 ਮਾਰਚ ਨੂੰ DFPO ਨੂੰ ਤੇ DMC ਨੂੰ, ਇਹਨਾਂ ਅਧਿਕਾਰੀਆਂ ਦੀ ਕਿਤੇ ਨਾ ਕਿਤੇ ਫਿਰ ਲਾਪਰਵਾਹੀ ਰਹੀ ਹੈ। ਇਹ ਦੋਵਾਂ ਦੀ ਨਲਾਇਕੀ ਹੈ ਜੀ, ਬਹੁਤ ਜ਼ਬਰਦਸਤ। ਜਿਨ੍ਹਾਂ ਨੇ ਚਿੱਠੀ ਸਿਵਲ ਸਰਜਨ ਸਾਹਿਬ ਨੇ ਇਹਨਾਂ ਨੂੰ ਮਾਰ ਕਰਤੀ ਤੇ ਇਹਨਾਂ ਦੋਵਾਂ ਫਰਜ਼ ਬਣਦਾ ਹੀ ਸਾਰੇ ਐਸਐਮ ਨੂੰ ਸਰਕੂਲੇਟ ਕਰਦੇ, ਸਾਰੇ ਇੰਪਲਾਈ ਨੂੰ ਨੋਟ ਹੁੰਦੀ। ਬਾਕੀ ਵੀ ਤੇ ਲੈਟਰਾਂ ਕਰਾਂਦੇ ਨਾ ਨੋਟ, ਉਹ ਰਿਪੋਰਟ ਮੰਗਦੇ ਤਾਂ ਉਸੇ ਟਾਈਮ ਵਕਤ ਪਾ ਦਿੰਦੇ 4 ਵਾਰੀ ਫੋਨ ਕਰਕੇ, ਆਹ ਫਲਾਣੀ ਰਿਪੋਰਟ ਆਈ ਜੀ, ਦੱਸੋ ਦਵਾ ਹੁਣੇ ਦੱਸੋ ਜੀ, ਇਹ ਕੰਮ ਕਰਕੇ ਦੱਸੋ। ਤੇ ਇਹ ਫਰਜ਼ ਵੀ ਤੇ ਇਹਨਾਂ ਦੇ ਬਣਦਾ ਸੀ ਨਾ ਵੀ ਦੱਸ ਦੇ। ਮਤਲਬ ਤੁਸੀਂ ਇੱਕ ਜ਼ਿੰਮੇਦਾਰ ਪੋਸਟ 'ਤੇ ਹੋ, ਐਸੋਸੀਏਸ਼ਨ ਦੇ ਤੁਸੀਂ ਚੇਅਰਮੈਨ ਹੋ ਇੱਥੇ, ਤੁਹਾਨੂੰ ਵੀ ਨਹੀਂ ਪਤਾ, ਤੁਹਾਨੂੰ ਵੀ ਇਸ ਚਿੱਠੀ ਦੀ ਜਿਹੜੀ ਆ ਸਹੀ ਸਥਿਤੀ ਤੇ ਇਹਦੀ ਸੱਚਾਈ ਜਾਣਨ ਲਈ ਆਰਟੀਆਈ ਮੰਗਣੀ ਪਈ ਹੈ। ਬਿਲਕੁਲ ਆਰਟੀਆਈ ਪਾਣੀ ਪਈ ਜੀ, ਤੇ ਜਿਹੜਾ ਵਿੱਚ ਦੋਸ਼ੀ ਹੋਊ ਉਹਦੀ ਮੈਂ ਸ਼ਿਕਾਇਤ ਵੀ ਕਰੂੰਗਾ ਸਰਕਾਰ ਨੂੰ ਵੀ ਇਹਨਾਂ ਨੇ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈ ਲਾਗੂ ਨਹੀਂ ਹੋਣ ਦਿੱਤਾ, ਉਹ 'ਚ ਅਣਗਹਿਲੀ ਵਰਤੀ ਆ, ਇਹਨਾਂ ਵਿਰੁੱਧ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਮਤਲਬ ਇੱਕ ਤੁਸੀਂ ਇਹ ਨਹੀਂ ਸਮਝਦੇ ਵੀ ਜਿਹੜੀ ਚਿੱਠੀ ਤੇ ਹੈਗੀ ਇਹ ਪੈਸਾ ਤਾਂ ਸਰਕਾਰ ਨੇ ਦੇਣਾ, ਅਧਿਕਾਰੀਆਂ ਨੇ ਇਹਨੂੰ ਕਿਉਂ ਦਬਾ ਲਿਆ? ਇਹ ਤੇ ਨਲਾਇਕੀ ਹੈ ਜੀ ਇਹਨਾਂ ਦੀ। ਇਹ ਨਹੀਂ ਚਾਹੁੰਦੇ ਕਿਸੇ ਮੁਲਾਜ਼ਮ ਨੂੰ ਕੋਈ ਸਰਕਾਰ ਦੀ ਸਕੀਮ ਦਾ ਫਾਇਦਾ। ਸਰਕਾਰ ਫੇਲ ਕਿਉਂ ਹੋਈ ਕੈਪਟਨ ਸਾਹਿਬ ਦੀ? ਤੁਹਾਡੇ ਸਾਹਮਣੇ ਹੁਣ ਸਿੱਧੂ ਸਾਹਿਬ ਨੇ ਜਾਂ ਦੂਜੇ ਮੰਤਰੀਆਂ ਰੌਲਾ ਕੀ ਪਾਇਆ, ਇਹ ਅਫਸਰਸ਼ਾਹੀ ਕਰਕੇ ਫੇਲ ਹੋਈ ਆ ਪੰਜਾਬ ਸਰਕਾਰ ਜਿਹੜੀ ਆ। ਤੇ ਇਹਦਾ ਜਿੱਦਾਂ ਜਾਗਦਾ ਉਦਾਹਰਨ ਆ ਵਾ ਬਈ ਹੁਣ ਵੀ ਅਫਸਰਸ਼ਾਹੀ ਨੇ ਲੈਟਰ ਆਈ, ਸਰਕਾਰ ਨੇ ਸਕੀਮ ਕੱਢੀ ਤੇ ਇਹਨਾਂ ਨੇ ਲਗਾ ਲਈ
ਇਹ ਇਸੇ ਕਰਕੇ ਸਰਕਾਰ ਫੇਲ ਹੋਣੀ, ਜਿਹਦਾ ਫਾਇਦਾ ਲੈਂਦੇ ਮੁਲਾਜ਼ਮ, ਉਹਨਾਂ ਗੁਣਗਾਣੇ ਕੈਪਟਨ ਸਾਹਿਬ ਦੇ, ਸਿਹਤ ਮੰਤਰੀ ਦੇ, ਪੰਜਾਬ ਸਰਕਾਰ ਦੇ, ਆਮ ਜਨਤਾ ਨੂੰ ਫਾਇਦਾ ਸੀ ਨਾ ਇਹਦਾ ਤੇ। ਸਾਰਿਆਂ ਨੂੰ ਫਾਇਦਾ ਸੀ ਜੀ। ਇਹ ਫਾਇਦਾ ਲੈ ਨਹੀਂ ਸਕਿਆ ਕੋਈ, ਮੇਰੇ ਹਿਸਾਬ ਨਾਲ ਕਿਸੇ ਨੇ ਲਿਆ ਹੀ ਨਹੀਂ ਹੋਣਾ। ਕੋਈ 1-2% ਜਿਹੜੇ ਲਾਗੇ ਲਾਗੇ ਇਹਨਾਂ ਦੇ ਝੇਤੇ ਹੋਣੇ ਆ, ਜਿਨ੍ਹਾਂ ਨੂੰ ਪਤਾ ਹੋਣਾ ਉਹਨਾਂ ਨੇ ਲਿਆ ਹੋਣਾ, ਬਾਕੀ ਕਿਸੇ ਨੂੰ ਨਹੀਂ ਹੋਇਆ। ਤੁਸੀਂ ਹੋਰ ਕੁਝ ਕਹਿਣਾ ਚਾਹੋ? ਬਾਜੀ ਮੈਂ ਤਾਂ ਆਰਟੀ ਪਾਈ, ਆਰਟੀ ਦਾ ਜਵਾਬ ਆਉਂਦਾ, ਜਿਹਦੀ ਵੀ ਅਣਗਹਿਲੀ ਫਿਕਸ ਹੋਊਗੀ ਕਰਨਗੇ ਉਹਦੇ ਖਿਲਾਫ ਮੈਂ ਸ਼ਿਕਾਇਤ लिखूंगा पक्की। देखिए, ये राकेश शर्मा थे, इनका कहना है कि मैं ये एम्प्लॉइज़ वेलफेयर एसोसिएशन के चेयरमैन हैं, इनको तक ये पता नहीं है, इन्हें खुद कोरोना हुआ था, इनके परिवार के तमाम सदस्यों को भी कोरोना हुआ था, इसका फ़ायदा क्यों नहीं मिल सका है, हम इसको लेकर बात करेंगे अमृतसर के सिविल सर्जन डॉक्टर चरणजीत सिंह के साथ। उनका क्या कहना है? हमारे साथ हैं अमृतसर के सिविल सर्जन डॉक्टर चरणजीत सिंह। इनसे बात करते हैं कि अभी तक कितने लोगों का इलाज इस जो है सरकार की ये योजना, एक सरकार ने फैसिलिटी दी थी लोगों को, उसके तहत हो चुका है। सर नमस्कार। हाँ जी महाराज नमस्कार जी। सर ਜਿਹੜਾ ਲੈਟਰ ਇੱਕ ਆਇਆ ਜੀ ਪੰਜਾਬ ਗਵਰਨਮੈਂਟ ਦਾ ਹੈ ਸਾਰੇ ਸਿਵਲ ਸਰਜਨਾਂ ਨੂੰ ਵੀ ਐਪੀਡੈਮਿਕ ਡਿਜ਼ੀਜ਼ ਜਿਵੇਂ ਕਰੋਨਾ ਕਿਸੇ ਨੂੰ ਹੁੰਦਾ ਹੈ ਤੇ ਸਰਕਾਰੀ ਹਸਪੀਟਲ 'ਚ ਦਾਖਲ ਹੁੰਦਾ ਹੈ ਤੇ ਉਹਨੂੰ ਜ਼ਰੂਰਤ ਪੈਂਦੀ ਹੈ ਜੇ ਪ੍ਰਾਈਵੇਟ ਹਸਪੀਟਲ 'ਚ ਜਾਣ ਦੀ ਤੇ ਸਾਰਾ ਖਰਚਾ ਸਰਕਾਰ ਚੁੱਕੇਗੀ। ਇਹਦੇ ਵਾਸਤੇ ਸਰ ਕਿੰਨੇ ਲੋਕ ਹਜੇ ਤੱਕ ਐਸੇ ਤੁਹਾਡੇ ਕੋਲ ਕੀ ਡਾਟਾ ਹੈ ਵੀ ਕਿੰਨੇ ਲੋਕ ਦਾਖਲ ਹੋਏ ਸਰਕਾਰੀ 'ਚੋਂ ਪ੍ਰਾਈਵੇਟ 'ਚ ਤੇ ਕਿੰਨਿਆਂ ਦੇ ਬਿੱਲ ਰਿਮਰਸ਼ ਹੋ ਗਏ? ਸਾਡਾ ਜਿਹੜਾ ਅੰਮ੍ਰਿਤਸਰ ਦਾ ਹਸਪੀਟਲ ਸੀਗੇ, ਭਾਵੇਂ ਉਹ ਸਿਵਲ ਹਸਪੀਟਲ ਅਜਨਾਲਾ ਸੀ, ਬਾਬਾ ਬਕਾਲਾ ਜਾਂ ਡਿਸਟ੍ਰਿਕਟ ਆਫਿਸ, ਇਹ ਸਾਰੇ ਐਜ਼ ਪਰ ਪਾਲਿਸੀ ਆਫ ਦਾ ਗਵਰਨਮੈਂਟ ਦੇਵਰ ਨਾਨ ਕੋਵਿਡ ਹਸਪੀਟਲ। ਇਸ ਕਰਕੇ ਇਹਨਾਂ ਹਸਪੀਟਲ ਐਜ਼ ਪਰ ਡਾਟਾ ਕੋਈ ਵੀ ਕਰੋਨਾ ਦਾ ਮਰੀਜ਼ ਜਿਹੜਾ ਹੈਗਾ ਸਾਡੇ ਕੋਲ ਦਾਖਲ ਨਹੀਂ ਹੋਇਆ। ਪਰ ਸਰਕਾਰ ਦੀ ਲੈਟਰ ਸਾਨੂੰ ਪ੍ਰਾਪਤ ਹੋਈ ਆ ਤੇ ਉਹ ਅਸੀਂ ਆਲਰੇਡੀ ਸਾਰੇ ਐਸਐਮਓਜ਼ ਨੂੰ, ਸਾਰੇ ਪ੍ਰਾਈਵੇਟ ਸੈਕਟਰ ਨੂੰ ਸਰਕੂਲੇਟ ਕੀਤੀ ਹੋਈ ਆ ਵੀ ਜੇ ਸਾਡੇ ਕੋਲ ਕੋਈ ਪੇਸ਼ੈਂਟ ਐਮਰਜੈਂਸੀ 'ਚ ਵੀ ਆਉਂਦਾ ਤੇ ਐਜ਼ ਕਰੋਨਾ ਪੋਜ਼ਿਟਿਵ ਉਹ ਰੈਫਰ ਹੁੰਦਾ ਤੇ ਉਹਦਾ ਇਲਾਜ ਜਿਹੜਾ ਹੈਗਾ ਫ੍ਰੀ ਕੀਤਾ ਜਾਵੇ। ਪਰ ਸਾਡੇ ਕੋਲ ਟਿਲ ਡੇਟ, ਕਿਉਂਕਿ ਸਾਡਾ ਨਾਨ ਕੋਵਿਡ ਸੀਗਾ ਡਿਸਟ੍ਰਿਕਟ, ਕਿਉਂਕਿ ਜਿਹੜਾ ਮੈਡੀਕਲ ਕਾਲਜ ਦੇ ਲੈਵਲ 'ਤੇ ਬਣਾਇਆ ਗਿਆ ਸੀਗਾ ਕੋਵਿਡ ਫੈਸਿਲਿਟੀ ਜਾਂ ਜਿਹੜੇ ਪ੍ਰਾਈਵੇਟ ਸੈਕਟਰ ਸੀ, ਸਾਡੇ ਕੋਲ ਇਹ ਸੱਚ ਕੋਈ ਰੈਫਰ ਨਹੀਂ ਹੋਇਆ। ਤੇ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਸ ਤਰ੍ਹਾਂ ਦੀ ਚਿੱਠੀ ਤੁਹਾਡੇ ਕੋਲ ਲੈਵਲ 2 ਦੇ ਪੇਸ਼ੈਂਟਸ ਨਹੀਂ ਐਡਮਿਟ ਹੋਏ ਜਾਂ ਇਹ ਸਰਕਾਰੀ ਮੈਡੀਕਲ ਕਾਲਜ ਹੋਏ ਤੇ ਉਹਨਾਂ ਨਾਲ ਰਾਬਤਾ ਕਰਨਾ ਚਾਹੀਦਾ ਸੀ ਵੀ ਜੇ ਇਹਨਾਂ ਨੂੰ ਪ੍ਰਾਈਵੇਟ ਹਸਪੀਟਲ 'ਚ ਰੈਫਰ ਕਰਨਾ ਪੈਂਦਾ ਤੇ ਜਿਹੜਾ ਪੈਸਾ ਹੈ ਉਹ ਪੇਸ਼ੈਂਟ 'ਤੇ ਬੋਝ ਨਹੀਂ ਪਏਗਾ, ਉਹ ਜਿਹੜਾ ਸਾਰਾ ਪੈਸਾ ਸਿਵਲ ਸਰਜਨ ਆਫਿਸ ਵੱਲੋਂ ਦਿੱਤਾ ਜਾਏਗਾ। ਆਲਰੇਡੀ ਮੈਡੀਕਲ ਕਾਲਜ ਜਿਹੜਾ ਕਰੋਨਾ ਦਾ ਇਲਾਜ ਆ ਉਹ ਬਿਲਕੁਲ ਫ੍ਰੀ ਕੀਤਾ ਜਾਂਦਾ। ਉੱਥੇ ਜੋ ਫੈਸਿਲਿਟੀ ਆ ਅੰਡਰ ਕਰੋਨਾ ਪਹਿਲੇ ਮੈਡੀਕਲ ਕਾਲਜ ਫ੍ਰੀ ਦਿੱਤੀ ਜਾਂਦੀ ਹੈ, ਪਰ ਫਿਰ ਵੀ ਇਹ ਸਾਰਾ ਪੱਤਰ ਜਿਹੜਾ ਮੈਡੀਕਲ ਕਾਲਜ ਦੇ ਨਾਲ ਵੀ ਸੰਬੰਧਿਤ ਹੈਗਾ ਤੇ ਅਸੀਂ ਆਲਰੇਡੀ ਜੇ ਸਾਡੇ ਕੋਲ ਕੋਈ ਕੇਸ ਆਊਗਾ ਤੇ ਜ਼ਰੂਰ ਉਹਨੂੰ ਐਗਜ਼ਾਮਿਨ ਕਰਕੇ ਐਜ਼ ਪਰ ਪਾਲਿਸੀ ਆਫ ਦਾ ਗਵਰਨਮੈਂਟ ਉਹਨੂੰ ਡੀਲ ਕੀਤਾ ਜਾਊਗਾ। ਅੱਛਾ ਡਾਕਟਰ ਸਾਹਿਬ, ਤੁਹਾਡੇ ਵੱਲੋਂ ਦੇਖੋ ਤੁਹਾਨੂੰ ਇਹ ਲੈਟਰ ਜਾਰੀ ਹੁੰਦੀ ਜੀ 8 ਤਰੀਕ ਨੂੰ, ਫਿਰ ਤੁਹਾਡੇ ਵੱਲੋਂ ਸ਼ਾਇਦ ਦੇਖੋ ਤੁਸੀਂ ਡੀਐਫਪੀਓ ਨੂੰ ਔਰ ਡੀਐਮਸੀ ਨੂੰ ਇਹ ਲੈਟਰ ਇਸ਼ੂ ਕੀਤਾ ਹੋਇਆ ਹੈ ਤੇ ਕਿਆ ਡਾਕਟਰ ਸਾਹਿਬ ਉਹਨਾਂ ਦੀ ਇਹ ਕਮਜ਼ੋਰੀ ਜਾਂ ਲਾਪਰਵਾਹੀ ਰਹੀ ਹੈ? ਕਿਉਂਕਿ ਦੇਖੋ ਮੀਡੀਆ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ, ਜਦ ਕਿ ਕੋਈ ਗੱਲ ਹੁੰਦੀ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਅਵੇਅਰ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਤੱਕ ਮੈਸੇਜ ਚਲਾ ਜਾਏ। ਇਸ ਤਰ੍ਹਾਂ ਦਾ ਕੋਈ ਉਪਰਾਲਾ ਹੀ ਨਹੀਂ ਕੀਤਾ ਗਿਆ। ਕਿਤੇ ਨਾ ਕਿਤੇ ਤੇ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਨਾ ਆਫੀਸਰਸ ਦੀ ਵੀ। ਨਹੀਂ, ਇਹ ਦੇਖੋ ਸਰਕਾਰ ਦੀ ਪਾਲਿਸੀ ਸੀ ਐਂਡ ਜਦੋਂ ਇਹ ਪਾਲਿਸੀ ਇੰਪਲੀਮੈਂਟ ਹੋਈ ਹੈ ਇਹ ਮਾਣਯੋਗ ਮੰਤਰੀ ਸਾਹਿਬ ਨੇ ਸਾਰੀ ਪ੍ਰੈਸ 'ਚ, ਸਾਰੀ ਮੀਡੀਆ 'ਚ ਕਵਰੇਜ ਹੋਈ ਆ ਐਂਡ ਸਾਰੇ ਅਖਬਾਰਾਂ ਵਿੱਚ ਵੀ ਇਹ ਲੀਡਿੰਗ ਨਿਊਜ਼ਪੇਪਰ ਵਰਨੈਕੂਲਰ ਸੀ, ਭਾਵੇਂ ਉਹ ਲੀਡਿੰਗ ਸੀ, ਇਹ ਸਾਰਿਆਂ ਵਿੱਚ ਪਾਲਿਸੀ ਪੰਜਾਬ ਸਰਕਾਰ ਦੀ ਆਈ ਆ ਤੇ ਅਸੀਂ ਵੀ ਰਾਹੀਂ ਡੀਐਮਸੀ ਇਹ ਸਾਰੇ ਪ੍ਰਾਈਵੇਟ ਸੈਕਟਰ 'ਚ ਗਵਰਨਮੈਂਟ ਸੈਕਟਰ ਇਹਦੀ ਪਾਲਿਸੀ ਭੇਜੀ ਆ। ਪਰ ਕਿਉਂਕਿ ਅੰਮ੍ਰਿਤਸਰ ਦੇ ਹਸਪੀਟਲ ਜੇ ਦੇਵਰ ਨੋਨ ਕੋਵਿਡ, ਇਸ ਕਰਕੇ ਨਾਨ ਕੋਵਿਡ ਕਰਕੇ ਜਿਹੜਾ ਪੇਸ਼ੈਂਟ ਸਾਡੇ ਕੋਲ ਨਹੀਂ ਆਉਂਦਾ। ਪਰ ਇਹ ਬਾਕੀ ਕਿਉਂਕਿ ਇਹ ਪਾਲਿਸੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਵੈਲਿਡ ਸੀ, ਜਿੱਥੇ ਜਿਵੇਂ ਹੁਸ਼ਿਆਰਪੁਰ ਆ, ਲੁਧਿਆਣਾ, ਜਿੱਥੇ ਗਵਰਨਮੈਂਟ ਪੂਰੇ ਪੰਜਾਬ 'ਚ ਵੈਲਿਡ ਸੀ ਨਾ, ਪਰ ਉੱਥੇ ਕਿਉਂਕਿ ਹਸਪੀਟਲ ਜਿਹੜੇ ਨੇ ਉਹ ਸਾਰੇ ਹਸਪੀਟਲ ਜਿਹੜੇ ਸੀਗੇ ਗਵਰਨਮੈਂਟ ਦੇ ਉਹ ਉੱਥੇ ਟ੍ਰੀਟਮੈਂਟ ਹੋ ਰਿਹਾ, ਕੋਵਿਡ ਹੋ ਰਿਹਾ, ਪਠਾਨਕੋਟ ਆ, ਹੁਸ਼ਿਆਰਪੁਰ ਆ ਜਾਂ ਗੁਰਦਾਸਪੁਰ ਆ। ਤੇ ਡਾਕਟਰ ਸਾਹਿਬ ਜਿਹੜਾ SDRF ਸਟੇਟ ਡਿਜ਼ਾਸਟਰ ਰਿਲੀਫ ਜਿਹੜਾ ਫੰਡ ਹੈ ਇਹ ਤੁਹਾਡੇ ਕੋਲ ਇਹਦੇ 'ਚ ਕੋਈ ਪੈਸਾ ਹੈ ਵੀ ਹੈ ਕਿ ਨਹੀਂ? ਨਹੀਂ, ਇਸ ਵੇਲੇ ਸਾਡੇ ਕੋਲ ਜਿਹੜੇ ਪਹਿਲਾਂ ਕੋਈ ਫੰਡ ਆਏ ਸੀ ਉਹ ਯੂਟਿਲਾਈਜ਼ ਹੋ ਕੇ ਅਸੀਂ ਯੂਸੀ ਸਮੇਂ-ਸਮੇਂ 'ਤੇ ਡੀਸੀ ਸਾਹਿਬ ਨੂੰ ਤੇ ਸਟੇਟ ਨੂੰ ਭੇਜਦੇ ਰਹੇ ਨੇ, ਪਰ ਜੇ ਅਸੀਂ ਰਿਕੁਆਇਰਮੈਂਟ ਭੇਜਦੇ ਹਾਂ ਤਾਂ ਸਰਕਾਰ ਜਿਹੜੇ ਫੰਡ ਰਿਲੀਜ਼ ਕਰ ਦਿੰਦੀ ਹੈ। ਮਤਲਬ ਇਸ ਵੇਲੇ ਤੁਹਾਡੇ ਖਾਤੇ 'ਚ ਆਲਮੋਸਟ ਨਿਲ ਹੈ? ਨਹੀਂ, SDRF ਫੰਡ ਜਿਹੜੇ ਸਾਡੇ ਕੋਲ, ਕਿਉਂਕਿ ਅਸੀਂ ਡਿਮਾਂਡ ਕ੍ਰੀਏਟ ਕਰਦੇ ਹਾਂ ਕਿ ਸਾਨੂੰ ਆਹ ਚੀਜ਼ ਸਾਡੇ ਕੋਲ ਬਿੱਲ ਪੈਂਡਿੰਗ ਆ, ਸਾਨੂੰ ਫੰਡ ਭੇਜਾਵੇ ਤੇ ਸਰਕਾਰ ਵੱਲੋਂ ਫੰਡ ਰਿਲੀਜ਼ ਹੋ ਜਾਂਦੇ ਆ ਤੇ ਜੇ ਸਾਨੂੰ ਜ਼ਰੂਰਤ ਪਏਗੀ ਅਸੀਂ ਸਰਕਾਰ ਤੋਂ ਫੰਡ ਪ੍ਰਾਪਤ ਕਰ ਲਾਂਗੇ। ਸਰ ਇਹ ਲੈਟਰ ਉਹਨਾਂ ਵਾਸਤੇ ਵੀ ਸੀ ਨਾ ਜੀ, ਇੱਕ ਤਾਂ ਹੁੰਦਾ ਵੀ ਗਵਰਨਮੈਂਟ ਜਿਹੜੇ EMPLOYEES ਨੇ ਉਹਨਾਂ ਵਾਸਤੇ, ਇਹ ਉਹਨਾਂ ਵਾਸਤੇ ਵੀ ਸੀ ਨਾ ਜਿਹੜੇ ਮੰਨ ਲਓ ਕੋਵਿਡ ਜਿਨ੍ਹਾਂ ਨੂੰ ਜਿਹੜੇ ਨਾਨ ਗਵਰਨਮੈਂਟ EMPLOYEES ਨੇ ਉਹਨਾਂ ਨੂੰ ਲੋਕਾਂ ਨੂੰ ਹੁੰਦਾ ਹੈ ਕੋਵਿਡ ਤੇ ਇੱਕ ਫੈਸਿਲਿਟੀ ਸੀਗੀ ਕਿ ਉਹਨਾਂ ਦਾ ਵੀ ਇਲਾਜ ਜੇ ਪ੍ਰਾਈਵੇਟ ਹਸਪੀਟਲ 'ਚ ਹੁੰਦਾ ਹੈ, ਸਰਕਾਰੀ 'ਚੋਂ ਉਹ ਹੋ ਜਾਂਦੇ ਨੇ ਸੀਰੀਅਸ ਹੋ ਜਾਂਦੇ ਨੇ ਤੇ ਉਹਨਾਂ ਦਾ ਪੈਸਾ ਸਰਕਾਰ ਦੇਗੀ। ਹਾਂ, ਜੇ ਸਰਕਾਰੀ 'ਚੋਂ ਪ੍ਰਾਈਵੇਟ ਜਾ ਰਿਹਾ ਜੀ, ਠੀਕ ਹੈ ਨਾ, ਪਰ ਜਿਹੜਾ ਬੰਦਾ ਮੈਡੀਕਲ ਕਾਲਜ ਜਾਂਦਾ ਯੂਜ਼ਲੀ 99% ਇਲਾਜ ਉੱਥੇ ਹੀ ਹੁੰਦਾ ਉਹਨਾਂ ਦਾ, ਸਰਕਾਰੀ ਵਿੱਚ ਹੀ ਹੁੰਦਾ ਜਿੱਥੇ ਕਿ ਫ੍ਰੀ ਇਲਾਜ ਕੀਤਾ ਜਾਂਦਾ।
ਇਸ ਕਰਕੇ ਪਰ ਜੇ ਫਿਰ ਵੀ ਉਹਦੇ ਬਾਵਜੂਦ ਕੇਸ ਸਾਡੇ ਕੋਲ ਧਿਆਨ 'ਚ ਆਊਗਾ, ਸਾਨੂੰ ਕੋਈ ਕਲੇਮ ਕਰੇਗਾ, ਅਸੀਂ ਉਹਨੂੰ ਪੂਰਾ ਐਗਜ਼ਾਮਿਨ ਕਰਕੇ ਜੋ ਬਣਦੀ ਕਾਰਵਾਈ ਕਰਾਂਗੇ। ਸਰ ਇਹਦੇ ਲਈ ਕੋਈ ਟੀਮ ਵੀ ਬਣਾਈ ਗਈ ਹੈ ਜੀ? ਨਹੀਂ, ਆਲਰੇਡੀ ਡਿਪਟੀ ਮੈਡੀਕਲ ਕਮਿਸ਼ਨ ਜਿਹੜਾ ਸਾਡਾ DAPO ਹੋ ਗਿਆ, ਉਹ ਡੈਥ ਜਿਹੜਾ DAPO ਦੇਖ ਰਿਹਾ, DMC ਪ੍ਰਾਈਵੇਟ ਹਸਪੀਟਲ ਨੂੰ ਦੇਖਦੇ ਆ, ਨਾਲ ਬਿੱਲ ਦੇਖਦੇ ਆ, AC ਸਾਹਿਬ ਜਿਹੜੇ ਮੈਡੀਕਲ ਬਿੱਲ ਦੇਖਦੇ ਆ। ਆਲਰੇਡੀ ऑफिसर ਨੂੰ ਡਿਊਟੀਆਂ ਜਿਹੜੀਆਂ ਅਸਾइंड ਕੀਤੀਆਂ होंगी। धन्यवाद। ये देखिए, ये लेटर में ये स्पष्ट लिखा हुआ है कि ऑल प्राइवेट मेडिकल कॉलेज की जो पैसे भी हैं वो भी लिखे हुए हैं। अगर पहली कैटेगरी में अगर प्राइवेट है तो 10,000 रुपया, फिर अगर कोई सीरियस मरीज आता है तो उसका 15,000 रुपया, और जो ज़्यादा सीरियस अति गंभीर आता है तो उसका 18,000 रुपया फिक्स किया गया है। और NABH जो हैं एक्रीडेटेड हॉस्पिटल, उनके लिए 9,000 रुपया जो कि आइसोलेशन में बेड में हैं, जिनका दूसरे जो हैं सीरियस हैं उनके लिए 14,000, और जो ज़्यादा अधिक सीरियस हैं उनके लिए 16,500 रुपया रेट ये लगता है। और जो नॉन NABH एक्रीडेटेड हॉस्पिटल हैं उनके लिए 8,000 रुपया। इसमें सब PP किटें जो हैं इन्वॉल्व हैं, इसका सारा खर्चा इन्वॉल्व था। लेकिन ऐसी कई शिकायतें आई कि कई स्थानों पर अधिक पैसा भी वसूल किया गया, और जिनके पास NBH एक्रेडिटेशन नहीं है उनके पास अगर सीरियस मरीज आता है तो उसको 13,000 रुपया एक दिन का ले सकता है, और जो गंभीर रूप में अधिक सीरियस हैं वो उनसे 15,000 रुपया रोजाना ले सकता है। और इसमें PPE किटें इन्वॉल्व हैं। हाँ, लेकिन हमारी जानकारी के अनुसार एक एयरपोर्ट पर हॉस्पिटल था, वहाँ पर 20 दिनों के मरीज दाखिल रहता है और उसका इलाज करने पर 7 लाख रुपया बिल बना दिया जाता है। अब इनके पास शायद वो शिकायत नहीं पहुँची है, इसलिए इनकी ओर से कोई कार्रवाई उस पर नहीं की गई। हमारा मकसद था लोगों को बताना कि सरकार की ओर से कुछ फैसिलिटियां आपको दी जाती हैं, लेकिन आप तक वो पूरी जानकारी नहीं पहुंचती है। अब हमने आपको ये जानकारी मुहैया करवा दी है। यदि आपका कोई भी रिश्तेदार या आप किसी सरकारी हॉस्पिटल में भर्ती होता है और वहाँ पर उसको इलाज सीरियस हो जाता है और वहाँ से आपको रेफ़र कर दिया जाता है किसी प्राइवेट हॉस्पिटल में, तो आपको इसका खर्च उठाने की ज़रूरत नहीं है। ये सारा का सारा खर्च सरकार उठाएगी, और इसके लिए सिविल सर्जन जो हैं तमाम जिलों के लिए तमाम जिलों के सिविल सर्जनों को अधिकृत किया गया है। अमृतसर से D4 न्यूज़ के लिए दीपक भंडारी की खास रिपोर्ट।